ਵੇਖੀ ਦੱਬ ਲਾਂਗੇ ਬੁਰਿਆਂ ਹਾਲਾਤਾਂ ਨੂੰ, ਚੰਨ ਤਾਰਿਆਂ ਨੂੰ ਹੱਥ ਲਾ ਮੁੜਨਾ ਤੇ ਖੰਭ ਲਾ ਲੈਣੇ ਜਜ਼ਬਾਤਾਂ ਨੂੰ। ਮੇਰੀ ਆਉਣ ਵੇਲੇ ਭਰੀ ਜਦੋਂ ਫੀਸ ਸੀ, ਟੁੱਟੀ ਕਿਸ਼ਤ ਰਿਹਾ ਨਾ ਕੰਮ ਵਸਦਾ, ਤਾਈਓ 4x4 ਵਾਂਗੂ ਲੱਗਦਾ ਮੈਨੂੰ ਹਜੇ ਆਹ ਪਾਸ ਯਾਰਾ ਬੱਸਦਾ। ਦੌੜ ਉੱਚੀ ਕਰਨੀ ਆ ਲਾਣੇਦਾਰ ਦੀ, ਉਹ ਬੜਾ ਡਰਿਆ ਮੈਨੇਜਰ ਦੇ ਰੈਂਕ ਤੋਂ। ਪਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ। ਪਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ। ਸ਼ਿਫਟਾਂ ਦਾ ਮੁੱਲ ਪਊ ਦੇਖ ਲਈ, ਦੂਰੇ ਕੰਮ ਦੇ ਯਾਰਾਂ ਨੇ ਯਾਰਾ ਮੇਰੇ ਨਾਂ। ਹੁਣ ਮਿਹਨਤਾਂ ਦਾ ਦੌਰ ਚੱਲੀ ਜਾਂਦਾ ਏ, ਜਾਊਂ ਸਾਲ ਤੱਕ ਮਹਿਫਲਾਂ 'ਚ ਤੇਰੇ ਨਾਂ। ਨਾਲੇ ਪਿੰਡਾਂ ਦਾ ਬਲੱਡ ਕਿਵੇਂ ਹਾਰ ਜੂ, ਜਿੱਤ ਸ਼ੁਰੂ ਹੁੰਦੀ ਸਦਾ ਉੱਚੀ ਥਿੰਕ ਤੋਂ। ਪਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ। ਪਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ। ਚੋਂਦੇ ਕੋਠਿਆਂ ਦਾ ਭੁੱਲਦਾ ਖਿਆਲ ਨੀ, ਗੱਲ ਫੇਰ ਕੋਈ ਕਰਾਂਗੇ ਯਾਰਾ ਅਗਲੀ। ਬੁੱਢੇ ਹੱਡਾਂ ਤੋਂ ਮਿੱਟੀ ਨਹੀਂ ਹੁਣ ਲੱਗਦੀ, ਛੱਤ ਬਾਲਿਆਂ ਦੀ ਕਰਨੀ ਆ ਬਦਲੀ। ਹੋ ਕੇ ਮਿਲਾਂਗੇ ਬਰਾਬਰ ਦੇ ਉਹਨਾਂ ਨੂੰ, ਜੋ ਸ਼ੇਮ ਫੀਲ ਕਰਦੇ ਆ ਸਾਡੇ ਲਿੰਕ ਤੋਂ। ਪਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ। ਪਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ। ਗਿੱਲ ਰੌਂਤਿਆ ਓਏ ਦੱਸਣਾ ਜ਼ਰੂਰੀ ਆ, ਕਿੰਨੇ ਕੀਮਤੀ ਪਿੰਡਾਂ ਲਈ ਡਾਲੇ ਸੈਂਟ ਨੇ। ਸਾਡਾ ਧੰਨਵਾਦ ਕਰਨਾ ਤਾਂ ਬਣਦਾ, ਵੀਜ਼ੇ ਦਿੱਤੇ ਸਾਨੂੰ ਜਿਹੜੀ ਗੌਰਮੈਂਟ ਨੇ। ਮੈਂ ਛੇਤੀ ਬੇਬੇ ਬਾਪੂ ਚਾੜਨੇ ਜਹਾਜ਼ ਤੇ, ਖੈੜਾ ਛੁੱਟੇ ਕੇਰਾ ਕਰਜੇ ਦੇ ਟੈਂਕ ਤੋਂ। ਪਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ। ਪਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ। ਸਰਦਾਰਾਂ ਵਿੱਚ ਬਾਪੂ ਦਾ ਏ ਨਾਂ, ਪੁੱਤ ਹੋਇਆ ਆਮ ਤੈਨੂੰ ਦਿਲ ਹਾਰ ਕੇ। ਜਿਹਦੀ ਪ੍ਰੋਫਾਈਲ ਦੱਸੇ ਚੜ੍ਹਦਾ ਦੀ ਗੱਲ ਨੀ, ਉਹ ਸੁਣਦਾ ਬਟਾਲਵੀ ਨੂੰ ਕੁੰਡੀ ਮਾਰ ਕੇ। ਠੇਡੇ ਖਾਂਦਾ ਫਿਰਦਾ ਨੀ ਸੋਹਣੀਏ, ਆਓ ਤੇਰੇ ਦਿਲ ਵਿੱਚੋਂ ਪੈਰ ਕੱਢ ਜਾਣ ਤੇ। ਉਹ 2 ਵਾਰੀ ਜੱਟ ਪਿੱਲਾ ਮਰਿਆ, ਪਹਿਲਾਂ ਤੇਰੇ ਤੇ ਨੀ ਦੂਜਾ ਤੇਰੇ ਛੱਡ ਜਾਣ ਤੇ। ਉਹ 2 ਵਾਰੀ ਜੱਟ ਪਿੱਲਾ ਮਰਿਆ, ਪਹਿਲਾਂ ਤੇਰੇ ਤੇ ਨੀ ਦੂਜਾ ਤੇਰੇ ਛੱਡ ਜਾਣ ਤੇ। ਬੰਕ ਮਾਰ ਕੇ ਦਿਖਾਇਆ ਤੈਨੂੰ ਸ਼ਿਮਲਾ, ਤੂੰ ਵੀ ਸੈਮੀਨਾਰ ਆਈ ਘਰੇ ਬੋਲ ਕੇ। ਟਾਈਟੈਨਿਕ ਦੇ ਪੋਜ਼ ਤੇਰੇ ਫੇਵਰਿਟ, ਉਹ ਕਿੰਨੇ ਮਾਰਦੀ ਸੀ ਸਨ ਰੂਫ ਖੋਲ ਕੇ। ਨਿੱਤ ਮਿਲਦੀ ਸੀ ਪਹਿਲਾਂ ਤੂੰ ਕਲਾਸ ਤੋਂ, ਨੀ ਤੇਰੀ ਮਾਰਨਿੰਗ ਹੁੰਦੀ ਉਦੋਂ ਗੁੱਡ ਆਣ ਕੇ। ਉਹ 2 ਵਾਰੀ ਜੱਟ ਪਿੱਲਾ ਮਰਿਆ, ਪਹਿਲਾਂ ਤੇਰੇ ਤੇ ਨੀ ਦੂਜਾ ਤੇਰੇ ਛੱਡ ਜਾਣ ਤੇ। ਉਹ 2 ਵਾਰੀ ਜੱਟ ਪਿੱਲਾ ਮਰਿਆ, ਪਹਿਲਾਂ ਤੇਰੇ ਤੇ ਨੀ ਦੂਜਾ ਤੇਰੇ ਛੱਡ ਜਾਣ ਤੇ। ਉਹ ਕਿਹੜਾ ਸੂਟ ਪਾ ਕੇ ਆਵਾਂ ਅੱਜ ਮੈਂ, ਫੋਨ ਤੇ ਸੀ ਰੰਗ ਢੇਲੀ ਪੁੱਛਦੀ। ਦੇਖਿਓ ਮਨਾਉਂਦਾ ਮੈਨੂੰ ਅਰਜਨ, ਸਹੇਲੀਆਂ ਨੂੰ ਇਹੋ ਕਹਿ ਕੇ ਰੁੱਸਦੀ। ਉਹ ਬਿੱਲ ਨੇ ਗਵਾ ਕੰਟੀਨ ਦੇ, ਵਿਦ ਟਿਪ ਤਾਰੇ ਨੋਟਾਂ ਦਾ ਫਲੱਡ ਜਾਣ ਕੇ। ਉਹ 2 ਵਾਰੀ ਜੱਟ ਪਿੱਲਾ ਮਰਿਆ, ਪਹਿਲਾਂ ਤੇਰੇ ਤੇ ਨੀ ਦੂਜਾ ਤੇਰੇ ਛੱਡ ਜਾਣ ਤੇ। ਉਹ 2 ਵਾਰੀ ਜੱਟ ਪਿੱਲਾ ਮਰਿਆ, ਪਹਿਲਾਂ ਤੇਰੇ ਤੇ ਨੀ ਦੂਜਾ ਤੇਰੇ ਛੱਡ ਜਾਣ ਤੇ। ਸੀਨ ਹਾਲੇ ਤੱਕ ਚੇਤੇ ਮੈਨੂੰ ਸੋਹਣੀਏ, ਚੋਰੀ ਤੇਰੇ ਹੋਸਟਲ ਆਉਣ ਦਾ। ਵਾਰਡਨਾਂ ਤੋਂ ਗਾਲਾਂ ਵਾਲੀ ਵਾਰਨਿੰਗ, ਤੇ ਪਹਿਲੀ ਵਾਰੀ ਥਾਣੇ ਪੈਰ ਪਾਉਣ ਦਾ।
ਤਾਈ ਬਾਪੂ ਟੌਟ ਮਾਰਦਾ ਕੱਢੀ ਕਰਦੀ ਸ਼ਰਾਬ ਨਾਲ ਰੱਜ ਜਾਣ ਤੇ ਛਿੜਕਦੀ ਫਿਰੇ ਸ਼ਨੈਲਾਂ ਤੂੰ ਨਿਕਾਲ ਜਿਉਣ ਤੋਂ ਪਹਿਲਾਂ ਤੂੰ ਛਿੜਕਦੀ ਫਿਰੇ ਸ਼ਨੈਲਾਂ ਤੂੰ ਨਿਕਾਲ ਜਿਉਣ ਤੋਂ ਪਹਿਲਾਂ ਤੂੰ ਲੈਫਟ ਸਾਈਡ ਠੋਡੀ ਤੇ ਬਲੈਕ ਤਿਲ ਨੀ ਜਿਹਦੇ ਉੱਤੇ ਮਿੱਤਰਾਂ ਦਾ ਆਇਆ ਦਿਲ ਨੀ ਆ ਤਾਂ ਕੰਮ ਬਿਲਕੁਲ ਰਾਈਟ ਕਰਤਾ ਹੋ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਹੋ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਓਏ ਹੋਏ ਜੱਚਦੀ ਏ ਭਾਲੀ ਲਾ ਕੇ ਐਨਕ ਜੀ ਕਾਲੀ ਬਿੱਲੋ ਦਿਨ ਦਾ ਮਾਹੌਲ ਜਮਾ ਨਾਈਟ ਕਰਤਾ ਹੋ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਹੋ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਓਏ ਹੋਏ ਸੀ ਟਾਊਨ ਤੂੰ ਕਰਾਤੇ ਸ਼ੀਸ਼ੇ ਡਾਊਨ ਪੁਲਿਸ ਨੇ ਨਾਕਾ ਕਹਿੰਦੇ ਟਾਈਟ ਕਰਤਾ ਹੋ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਹੋ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਓਏ ਹੋਏ ਨਖਰਾ ਜਨਾਬ ਕਰੇ ਸਿਫਤਾਂ ਪੰਜਾਬ ਤਾਂ ਹੀ ਵੈਸ ਵੈਸ ਨਹੀਂ ਵੀ ਗੀਤ ਰਾਈਟ ਕਰਤਾ ਹੋ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਹੋ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਓਏ ਹੋਏ ਤੇਰੇ ਨਾਲੋਂ ਟੁੱਟੀਆਂ ਨੀ ਮੌਜਾਂ ਅਸੀਂ ਲੁੱਟੀਆਂ ਨੀ ਮਹੀਨੇ ਮੂਨੇ ਕਿੱਥੇ ਦਿਨਾਂ ਬਾਅਦ ਆ ਗਈ ਉਹ ਪਹਿਲੇ ਵੀਕ ਕੁਝ ਹੋਇਆ ਦੂਜੇ ਵੀਕ ਪੈਕ ਲਾਏ ਤੀਜੇ ਵੀਕ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਤੀਜੇ ਵੀਕ ਫੇਰ ਤੇਰੀ ਹੋ ਮੇਰੀਆਂ ਬਰਗ ਚਿੱਠੀਆਂ ਹੋਣੀਆਂ ਨੇ ਤੈਨੂੰ ਮਿਲੀਆਂ ਮੈਂ ਜਦੋਂ ਤੈਨੂੰ ਸਭ ਪਾਸਿਓਂ ਬਲੌਕ ਕਰਤਾ ਨੀ ਤੇਰੇ ਦਿੱਤੇ ਤੋਹਫਿਆਂ ਨੂੰ ਤੇ ਰੰਗ ਵਿੱਚ ਪਾ ਕੇ ਬੱਲੀਏ ਉੱਪਰੋਂ ਮੈਂ ਜਿੰਦਾ ਲਾ ਕੇ ਲੌਕ ਕਰਤਾ ਨੀਂਦ ਚੈਨ ਨਾਲ ਆਈ ਜਦੋਂ ਅੱਖ ਸੀ ਮੈਂ ਲਾਈ ਉਦੋਂ ਸੁਪਨੇ ਚ ਕਰਨ ਤੂੰ ਲਾਡ ਆ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਹੋਇਆ ਮੈਂ ਫਿਲਮ ਵੇਖ ਕੇ ਨੀ ਓਨੀ ਵਾਰੀ ਰੋਇਆ ਹਨਣੇ ਜਿੱਥੇ ਜਿੱਥੇ ਗੱਲਾਂ ਸਾਡੀਆਂ ਸੀ ਮੈਚ ਕੀਤੀਆਂ ਨੀ ਖਿੱਚੀਆਂ ਮੈਂ ਰੋਂਦੇ ਰੋਂਦੇ ਨੇ ਭੇਜਣ ਲਈ ਤੇਰੇ ਵੱਲ ਨੂੰ ਈਮੇਲ ਵਿੱਚ ਫੋਟੋਆਂ ਅਟੈਚ ਕੀਤੀਆਂ ਜਦੋਂ ਨਾਮ ਤੇਰਾ ਪਾਇਆ ਫਿਰ ਚੇਤਾ ਮੈਨੂੰ ਆਇਆ ਏ ਤਾਂ ਉਹੀ ਜਿਹੜੀ ਕਰ ਬਰਬਾਦ ਖਾ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ
ਚੱਲ ਜਾਣਾ ਏ ਤਾਂ ਜਾ ਨੀ ਇੱਕੋ ਗੱਲ ਮਾਰੇ ਜੱਟ ਨੂੰ ਟੁੱਟੀਆਂ ਨੇ ਲੜ ਲੜ ਕੇ ਵੈਸੇ ਦਿਲਾਂ 'ਚ ਸੀ ਇੱਕ ਦੂਜੇ ਵਾਸਤੇ ਵਫਾ ਲਿਖੇ ਬੈਸ ਬੈਸ ਗਾਣੇ ਗਾਉਂਦੇ ਫਿਰਦੇ ਨਿਆਣੇ ਤਾਂ ਹੀ ਫੀਲਿੰਗ ਜਹੀ ਏ ਧੰਨਵਾਦ ਆ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਦੇ ਦਾ ਬਾਸ ਆਹ ਨਿਤ ਨਿਤ ਤਾਂ ਮੈਂ ਗੋਰੀਏ ਇਹ ਦੁੱਖ ਵੀ ਨਹੀਂ ਯਾਦ ਕਰਦਾ ਮੇਰੇ ਖਾਸ ਯਾਰ ਬੇਲੀ ਜਾਣਦੇ ਤੈਨੂੰ ਕਿੰਨਾ ਸੀ ਪਿਆਰ ਕਰਦਾ ਹੋ ਮੁੰਡਾ ਅੱਜ ਵੀ ਤੂੰ ਚਿੱਤੀ ਵਿੱਚ ਨਹੀਂ ਕਿ ਤੂੰ ਪਾਲਦੀ ਸੀ ਕੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਠੇਕੇ ਵਾਲਾ ਵੀ ਨਾ ਤਾਰ ਕਰਦਾ ਨਾ ਲੱਗੇ ਨੋਟਾਂ ਦੇ ਢੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਦਾ ਬਾਸ ਸੈੱਟ ਕਰੇਗੀ ਤੂੰ ਵੀ ਬਾਲਾ ਰਿਗਰੈਟ ਕਰੇਗੀ ਸੌਖਾ ਭੁੱਲਿਆ ਨਹੀਂ ਜਾਣਾ ਯਾਰ ਨੂੰ ਲੁੱਟੀ ਮੇਰੇ ਨਾਲ ਬਹਾਰ ਆਊਗੀ ਨਾਲੇ ਚੇਤੇ ਮੇਰੀ ਕਾਰ ਆਊਗੀ ਮੈਂ ਤਾਂ ਪੈਗ ਪੁੱਗ ਲਾ ਕੇ ਸਾਰ ਨੂੰ ਤੈਨੂੰ ਪੈਣਗੇ ਭੁਲੇਖੇ ਜੱਟ ਦੇ ਦੂਰੀ ਜਾਣੀ ਨਾ ਜਹੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਵੱਟਾਂ ਵਾਲੀ ਪੱਗ ਬੰਨਦਾ ਮੂਨ ਵੱਲ ਨੂੰ ਇਸ਼ਾਰਾ ਕਰਕੇ ਮੈਨੂੰ ਆਖਦੀ ਸੀ ਬਾਂਹ ਫੜ ਕੇ ਕਿ ਤੂੰ ਜੱਟਾ ਪੀਸ ਚੰਨ ਦਾ ਉਹੀ ਚੰਨਿਆ ਬਠਿੰਡੇ ਚੜਦਾ ਜੋ ਤੇਰੇ ਚੜਦਾ ਸਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਕਰੀ ਗੋਰੀਏ ਤੂੰ ਕੈਸਾ ਜੱਟ ਨੂੰ ਸੰਭਾਲ ਕੇ ਗਈ ਕਪਤਾਨ ਕਪਤਾਨ ਜੱਟ ਦੀ ਬਿੱਲੋ ਹਿੱਟ ਉੱਤੇ ਸੌਂਦੀ ਹੁੰਦੀ ਸੀ ਉਸੇ ਉੱਤੇ ਦੀਵਾ ਬਾਲ ਕੇ ਗਈ ਮੇਰੇ ਯਾਰ ਬੇਲੀ ਤਾਨੇ ਮਾਰਦੇ ਪੀ ਕੇ ਕਰਦੇ ਖਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਮੈਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਦੇਸੀ ਕਰੂ ਮੁੰਡਾ ਮਸ਼ਹੂਰ ਹੋ ਪਹਿਲੀ ਵਾਰੀ ਮਿਲੇ ਆਪਾਂ ਸੰਗ ਦੇ ਸੰਗਾਉਂਦੇ ਹੋ ਦੂਜੀ ਵਾਰੀ ਮਿਲੇ ਆਪਾਂ ਕੌਫੀ ਦੇ ਬਹਾਨੇ ਤੀਜੀ ਵਾਰੀ ਕਾਦੀ ਤੈਨੂੰ ਫਿਲਮ ਵਿਖਾਈ ਨਹੀਂ ਚੌਥੀ ਵਾਰੀ ਆ ਕੰਮ ਹੋ ਗਿਆ ਰਕਾਨੇ ਨੀ ਇਹ ਜਿਹਨੇ ਵੀ ਇਹ ਕੀਤਾ ਨਹੀਂ ਉਹ ਠੀਕ ਨਹੀਂ ਸਾਲਾ ਚਰਚਾ ਨਜਾਇਜ਼ ਦੂਰ ਦੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨਹੀਂ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨਹੀਂ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਨਹੀਂ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਰਿਸ਼ਤੇਦਾਰਾਂ ਦੇ ਫੋਨ ਖੜਕ ਗਏ ਚੰਬਲ ਗਿਆ ਕਹਿੰਦੇ
ਕਾਕਾ ਜੀ ਛੇਤੀ ਪਿੰਡ ਬੁਲਾ ਲਓ ਇਹਨੂੰ ਕਰਨਾ ਦੇਵੇ ਕੋਈ ਵਾਕਾ ਜੀ ਕਰਨਾ ਦੇਵੇ ਕੋਈ ਵਾਕਾ ਜੀ ਰਿਸ਼ਤੇਦਾਰਾਂ ਦੇ ਫੋਨ ਖੜਕ ਗਏ ਚੰਬੜ ਗਿਆ ਕਹਿੰਦੇ ਕਾਕਾ ਜੀ ਛੇਤੀ ਪਿੰਡ ਬੁਲਾ ਲਓ ਇਹਨੂੰ ਕਰਨਾ ਦੇਵੇ ਕੋਈ ਵਾਕਾ ਜੀ ਸਾਡਾ ਰੁੱਸ ਗਿਆ ਚਾਚਾ ਅਮਰੀਕ ਨੀ ਨਾਲੇ ਗੁੱਸੇ ਮੇਰਾ ਮਾਮਾ ਭਰਪੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਨੀ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਫੜ ਫੜ ਫੋਨ ਡਿਲੀਟ ਕਰਾਈ ਤਾਂ ਵੀ ਵੇਖ ਲੈ ਪਹੁੰਚ ਗਈ ਸਾਰੀਆਂ ਸੋਸ਼ਲ ਸਾਈਟਾਂ ਉੱਤੇ ਆਥਣ ਨੂੰ ਹੋ ਲਾਂਚ ਗਈ ਫੜ ਫੜ ਫੋਨ ਡਿਲੀਟ ਕਰਾਈ ਤਾਂ ਵੀ ਵੇਖ ਲੈ ਪਹੁੰਚ ਗਈ ਸਾਰੀਆਂ ਸੋਸ਼ਲ ਸਾਈਟਾਂ ਉੱਤੇ ਆਥਣ ਨੂੰ ਹੋ ਲਾਂਚ ਗਈ ਪੈ ਗਈ ਬਾਪੂ ਕੋਲੇ ਪੁੱਤ ਦੀ ਤਰੀਕ ਨੀ ਛੱਡ ਖਰੜ ਟਿਕਾਣਾ ਸੰਗਰੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਗੀਤਾਂ ਕਰਕੇ ਬੈਸ ਨਹੀਂ ਫੋਟੋ ਕਰਕੇ ਹੋ ਗਈ ਆ ਮੈਨੂੰ ਵੀ ਲੋਕੀ ਜਾਣਨ ਲੱਗ ਗਏ ਤੈਨੂੰ ਵੀ ਕਹਿੰਦੇ ਆਓ ਗਈ ਆ ਗੀਤਾਂ ਕਰਕੇ ਬੈਸ ਨਹੀਂ ਫੋਟੋ ਕਰਕੇ ਹੋ ਗਈ ਆ ਮੈਨੂੰ ਵੀ ਲੋਕੀ ਜਾਣਨ ਲੱਗ ਗਏ ਤੈਨੂੰ ਵੀ ਕਹਿੰਦੇ ਆਓ ਗਈ ਆ ਮੈਨੂੰ ਤੂੰ ਵੀ ਲੱਗੇ ਪਹਿਲਾਂ ਨਾਲੋਂ ਵੀਕ ਨਹੀਂ ਧੱਕਾ ਸਾਡੇ ਨਾਲ ਥੋੜਾ ਤਾਂ ਜ਼ਰੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਨੀ ਉਹ ਹੈਂਡਸਮ ਜੱਟਾ ਕਿਵੇਂ ਭੁੱਲੇਗਾ ਰਕਾਨ ਨੂੰ ਜਾਣਦੀਆਂ ਤੈਨੂੰ ਵੇ ਮੈਂ ਵੱਡੇ ਖੱਬੀ ਖਾਨ ਨੂੰ ਸਮ ਜੱਟਾ ਕਿਵੇਂ ਭੁੱਲੇਗਾ ਰਕਾਨ ਨੂੰ ਜਾਣਦੀਆਂ ਤੈਨੂੰ ਵੇ ਮੈਂ ਵੱਡੇ ਖੱਬੀ ਖਾਨ ਨੂੰ ਉਹ ਤੈਨੂੰ ਪੈਣਗੇ ਭੁਲੇਖੇ ਮੇਰੇ ਯੈਲੋ ਸੂਟ ਦੇ ਵੇ ਸਰੋਂ ਦੇ ਆ ਫੁੱਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਸਮ ਜੱਟਾ ਕਿਵੇਂ ਭੁੱਲੇਗਾ ਰਕਾਨ ਪੁਰਾਣੇ ਮੇਰੇ ਖੱਤ ਵੇਖ ਰੋਏਗਾ ਪਿਆ ਤੂੰ ਚਵਾਰੇ ਵਿੱਚ ਛੱਤ ਵੇਖ ਰੋਏਗਾ ਪੜ ਕੇ ਪੁਰਾਣੇ ਮੇਰੇ ਖੱਤ ਵੇਖ ਰੋਏਗਾ ਪਿਆ ਤੂੰ ਚਵਾਰੇ ਵਿੱਚ ਛੱਤ ਵੇਖ ਰੋਏਗਾ ਚਾਬੀਆਂ ਤੇ ਪਾਨਿਆਂ ਚੋਂ ਦਿਖਿਆ ਕਰੂੰ ਮੈਂ ਸਾਰਿਆਂ ਹੀ ਟੂਲਾਂ ਚੋਂ ਓ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਓ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਬੱਸ ਪਿੱਛੇ ਸੋਹਣਿਆ ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ ਸੋਹਣਿਆ
ਦੇ ਡ੍ਰੀਮ ਲੈਣ ਲੱਖਾਂ ਕੁੜੀਆਂ, ਮੁੰਡਾ ਤੇਰੇ ਲੈਂਦਾ ਏ ਨੀ ਖਾਬ ਦੇਖ ਲੈ। ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ, ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ। ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ, ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ। ਆਓ ਵੀਰ ਸਾਰੇ ਕਹਿ ਕੇ ਬਾਈ ਬਾਈ ਮਿਲਦੇ, ਝੰਡੀ ਸਰਦਾਰੀ ਦੀ ਬਣਾਈ ਮਿਲਦੇ। ਜੱਟ ਜ਼ਿਮੀਦਾਰ ਉੱਤੋਂ ਮਿੱਠ ਬੋਲੜਾ, ਹੈਂਡਸਮ ਕਿੱਥੇ ਆ ਜਵਾਈ ਮਿਲਦੇ। ਮਾਪਿਆਂ ਦੀ ਮੇਰੇ ਨੀ ਤੂੰ ਗੱਲ ਛੱਡ ਦੇ, ਸਹੁਰਿਆਂ ਨੂੰ ਹੋਣਾ ਜਿਹੜਾ ਲਾਭ ਦੇਖ ਲੈ। ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ, ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ। ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ, ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ। ਆਹ ਗੋਲੀ ਵਾਂਗੂ ਆ ਗਿਆ ਰਿਪੋਰਟ ਸੁਣੀ ਦੀ, ਤੇਰੇ ਹੱਕ ਬੋਲਦੀ ਆ ਵੋਟ ਸੁਣੀ ਦੀ। ਚਿੜੀਏ ਹਵਾਵਾਂ ਨਾਲ ਮੇਲਦੀ ਫਿਰੇ, ਤੈਨੂੰ ਵਿਰਕਾਂ ਦੇ ਪੁੱਤ ਦੀ ਸਪੋਰਟ ਸੁਣੀ ਦੀ। ਟੇਡਿਆਂ ਨੂੰ ਪੈਂਦਾ ਸੀ ਜੋ ਸਿੱਧਾ ਆਣ ਕੇ, ਫਿੱਟ ਤੇਰੇ ਆ ਗਿਆ ਹਿਸਾਬ ਦੇਖ ਲੈ। ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ, ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ। ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ, ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ। ਆਓ ਰੈੱਡ ਪਟਿਆਲਾ ਸ਼ਾਹੀ ਪੱਗ ਬੱਲੀਏ, ਸਾਰਿਆਂ ਚੋਂ ਲੱਗਦਾ ਅਲੱਗ ਬੱਲੀਏ। ਪਹਿਲੇ ਪਿਆਰ ਵਾਲੀ ਫੀਲਿੰਗ ਦੇ ਨਾਲ ਦਾ, ਨਾਰਾਂ ਦੀਆਂ ਨੀਂਦਰਾਂ ਦਾ ਠੱਗ ਬੱਲੀਏ। ਮਾਝੇ ਤੋਂ ਦੁਆਬੇ ਤੱਕ ਫੁੱਲ ਚੜ੍ਹਤਾ, ਮੁੰਡੇ ਵਿੱਚ ਵੱਸਦਾ ਪੰਜਾਬ ਦੇਖ ਲੈ। ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ, ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ। ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ, ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ। ਵੇ ਸੋਚਦੀ ਰਹਿਨੀ ਆ ਕਿ ਚੇਂਜ ਆਇਆ, ਉਹ ਜਿੱਦਣ ਦਾ ਦਿਲ ਜੱਟਾ ਲਾਇਆ ਤੇਰੇ ਨਾਲ। ਦੁੱਖ ਦੱਖ ਤਾਂ ਨੀ ਨੇੜੇ ਤੇਰੇ ਲੱਗਣੇ, ਬੜਾ ਸੋਚ ਕੇ ਆ ਰੱਬ ਨੇ ਮਿਲਾਇਆ ਮੇਰੇ ਨਾਲ। ਜੇ ਤੂੰ ਕਹੇ ਤਾਰੇ ਤੋੜ ਚੁੰਨੀ ਚ ਜੜਾ ਦਿਆਂ, ਨੀ ਹੋਰ ਦੱਸ ਕਾਦੀ ਭਾਲੇ। ਹੋ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ, ਫਿਰ ਖੜੀ ਵੀ ਤਾਂ ਜੱਟ ਨਾਲ। ਵੇ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ। ਫਿਰ ਖੜੀ ਵੀ ਤਾਂ ਜੱਟ ਨਾਲ। ਹਾਂ ਜਿੱਥੋਂ ਤੱਕ ਪਹੁੰਚਦੀ ਨੀ ਸੋਚ ਲੋਕਾਂ ਦੀ, ਵੇ ਉੱਥੋਂ ਤੱਕ ਤੇਰੇ ਲਿੰਕ ਆਵੇਂ ਆ। ਜਾਵੇਂ ਜਿੱਧਰ ਵੀ ਹੁਣ ਤੈਨੂੰ ਹੁੰਦੀਆਂ ਸਲਾਮਾਂ, ਵੇ ਇੰਨਾ ਤੂੰ ਬਣਾਇਆ ਨਾ ਹਵਿਆ। ਆਓ ਮੜਕਾ ਨਾ ਤੁਰੀਏ ਨੀ ਘੱਟ ਤੁਰੀਏ, ਮਿੱਤਰਾਂ ਦੀ ਮੱਠੀ ਮੱਠੀ ਚਾਲ। ਹਾਂ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ, ਫਿਰ ਖੜੀ ਵੀ ਤਾਂ ਜੱਟ ਨਾਲ। ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਬਾਹਲੀ ਜੱਚਦੀ। ਫਿਰ ਖੜੀ ਵੀ ਤਾਂ ਜੱਟ ਨਾਲ। ਨੀ ਸਾਡੀ ਇਮੇਜ ਕਲੀਨ ਕੋਰੇ ਕਾਗਜ਼ ਜਹੀ, ਤੂੰ ਚੰਗੇ ਗੁਣਾਂ ਨਾਲ ਪਿਆ ਭਰਿਆ। ਉਹ ਪੈਸੇ ਨਾਲੋਂ ਮੁੱਖ ਰੱਖੀ ਦੀਆਂ ਯਾਰੀਆਂ, ਤੂੰ ਕੀਤਾ ਦਿਲ ਤੋਂ ਜਿੰਨਾ ਦਾ ਕਰਿਆ। ਉਹ ਤੇਰੇ ਬਿਨਾਂ ਤੱਕ ਲਾਂਗੇ ਕਿਸੇ ਹੋਰ ਨੂੰ ਨਾ, ਸੱਚ ਦੱਸਾਂ ਉੱਠਦਾ ਖਿਆਲ। ਹਾਂ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ, ਫਿਰ ਖੜੀ ਵੀ ਤਾਂ ਜੱਟ ਨਾਲ। ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਬਾਹਲੀ ਜੱਚਦੀ। ਫਿਰ ਖੜੀ ਵੀ ਤਾਂ ਜੱਟ ਨਾਲ। ਮਾੜੀ ਚੀਜ਼ ਤੇ ਕਦੇ ਨਾ ਅੱਖ ਟਿਕੀ ਜੱਟ ਦੀ, ਕੋਈ ਤੋੜ ਨਹੀਂ ਪਸੰਦ ਤੇਰੀ ਦਾ। ਲੱਖਾਂ ਅਲੜਾਂ ਦਾ ਜੱਟ ਆ ਡਰੀਮ ਗੋਰੀਏ। ਸ਼ਿਕਾਰ ਹੋ ਗਿਆ ਤੂੰ ਮੰਗ ਮੇਰੀ ਦਾ। ਉਹ ਸੈਂਪਲ ਵਾਲਾ ਵੀ ਕਿਹੜਾ ਕੱਟ ਕਿਸੇ ਤੋਂ ਨਹੀਂ, ਦੇਖ ਕਿੰਨਾ ਲਿਖਦਾ
ਦਾ ਕਮਾਲ ਐ। ਹਾਂ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ, ਉਹ ਫਿਰ ਖੜੀ ਵੀ ਤਾਂ ਜੱਟ ਨਾਲ ਐ। ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਬਾਹਲੀ ਜੱਚਦੀ, ਉਹ ਫਿਰ ਖੜੀ ਵੀ ਤਾਂ ਜੱਟ ਨਾਲ ਐ। Snappy. ਆ ਮੜ ਕੇ ਆ ਪੱਬ ਚ ਤੇ ਅਸਲਾ ਐ ਡੱਬ ਚ, ਦਬਿਆ ਨੀ ਜੱਟ ਬਿੱਲੋ ਪਏ ਕਿਸੇ ਜੱਬ ਚ। ਮੜ ਕੇ ਆ ਪੱਬ ਚ ਤੇ ਅਸਲਾ ਐ ਡੱਬ ਚ, ਦਬਿਆ ਨੀ ਜੱਟ ਬਿੱਲੋ ਪਏ ਕਿਸੇ ਜੱਬ ਚ, ਪਏ ਕਿਸੇ ਜੱਬ ਚ। ਉਹ ਗੱਲ ਦੱਸਾਂ ਤੈਨੂੰ ਠਹਿਰ ਮੁੰਡਾ ਛੱਡਦਾ ਨੀ ਪੈਰ, ਭਾਵੇਂ ਵਾਧੂ ਪੈਸਾ ਭਾਵੇਂ ਹੋਵੇ ਤੰਗੀ ਗੋਰੀਏ। ਆ ਗੱਲ ਗੱਭਰੂ ਦੀ ਚੰਗੀ ਗੋਰੀਏ, ਆ ਗੱਲ ਗੱਭਰੂ ਦੀ ਚੰਗੀ ਗੋਰੀਏ, ਆ ਗੱਲ ਗੱਭਰੂ ਦੀ ਚੰਗੀ ਗੋਰੀਏ, ਆ ਗੱਲ ਗੱਭਰੂ ਦੀ ਚੰਗੀ ਗੋਰੀਏ। ਓ ਕਈ ਕਹਿਣ ਬੈਲੀ ਕਈ ਸ਼ਕੀਨ ਕਹਿਣ ਜੱਟ ਨੂੰ, ਰੱਖਾਂ ਚਮਕਾ ਕੇ ਮੈਂ ਦਨਾਲੀ ਵਾਲੇ ਬੱਟ ਨੂੰ। ਕਈ ਕਹਿਣ ਬੈਲੀ ਕਈ ਸ਼ਕੀਨ ਕਹਿਣ ਜੱਟ ਨੂੰ, ਰੱਖਾਂ ਚਮਕਾ ਕੇ ਮੈਂ ਦਨਾਲੀ ਵਾਲੇ ਬੱਟ ਨੂੰ, ਦਨਾਲੀ ਵਾਲੇ ਬੱਟ ਨੂੰ। ਓ ਬਾਬਾ ਰੱਖਦਾ ਏ ਪੈਜ ਕੋਈ ਕੰਮ ਨੀ ਨਜਾਇਜ਼, ਮੋਢੇ ਰਫਲ ਲਸਾਂਸੀ ਜਿਹੜੀ ਟੰਗੀ ਗੋਰੀਏ। ਆ ਗੱਲ ਗੱਭਰੂ ਦੀ ਚੰਗੀ ਗੋਰੀਏ, 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 ਆ ਗੱਲ ਗੱਭਰੂ ਦੀ ਚੰਗੀ, ਆ ਗੱਲ ਗੱਭਰੂ ਦੀ ਚੰਗੀ, ਆ ਗੱਲ ਗੱਭਰੂ ਦੀ ਚੰਗੀ ਗੋਰੀਏ। ਉਹ ਬੰਦੇ ਮਹਿਫਿਲ ਚ ਸਾਰੇ ਜਿੰਨਾ ਨਾਲ ਐ ਪ੍ਰੇਮ ਨੀ, ਬਾਰਬੀਕਿਊ ਚੋਂ ਲੰਮੀ ਨਿਕਲੇ ਫਲੇਮ ਨੀ। ਮਹਿਫਿਲ ਚ ਸਾਰੇ ਜਿੰਨਾ ਨਾਲ ਐ ਪ੍ਰੇਮ ਨੀ, ਬਾਰਬੀਕਿਊ ਚੋਂ ਲੰਮੀ ਨਿਕਲੇ ਫਲੇਮ ਨੀ, ਨਿਕਲੇ ਫਲੇਮ ਨੀ। ਉਹ ਫੁੱਲ ਵੈਰੀਆਂ ਨਾ ਵੈਰ ਬਾਕੀ ਸਾਰੇ ਬੰਨੇ ਖੈਰ, ਸੁੱਖ ਯਾਰੀਆਂ ਦੀ ਸੱਜੇ ਦਿਲੋਂ ਮੰਗੀ ਗੋਰੀਏ। ਆ ਗੱਲ ਗੱਭਰੂ ਦੀ ਚੰਗੀ ਗੋਰੀਏ, 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 ਆ ਗੱਲ ਗੱਭਰੂ ਦੀ ਚੰਗੀ। ਉਹ ਸਾਡੀ ਗੱਲਬਾਤ ਹੋ ਰਹੀ ਉਂਝ ਘੁੰਮਦੇ ਬਥੇਰੇ ਨੇ, ਰੈਬ ਹੰਜਰਾ ਦੇ ਰੰਬੇ ਪਿੰਡ ਵਿੱਚ ਡੇਰੇ ਨੇ। ਉਹ ਗੱਲਬਾਤ ਹੋ ਰਹੀ ਉਂਝ ਘੁੰਮਦੇ ਬਥੇਰੇ ਨੇ, ਮਾਝੇ ਵਾਲੇ ਸੰਧੂ ਦੇ ਅੰਬਰਸਰ ਡੇਰੇ ਨੇ, ਅੰਬਰਸਰ ਡੇਰੇ ਨੇ। ਉਹ ਮਾਰਾ ਟਰਨ ਮੈਂ ਜਦੇ ਐਸਾ ਹੋਇਆ ਨਹੀਂ ਉਹ ਕਦੇ ਗੱਡੀ, ਗੁਰੂ ਘਰੇ ਰੁਕੇ ਬਿਨਾ ਲੰਗੀ ਗੋਰੀਏ। ਆ ਗੱਲ ਗੱਭਰੂ ਦੀ ਚੰਗੀ ਗੋਰੀਏ, 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 ਆ ਗੱਲ ਗੱਭਰੂ ਦੀ ਚੰਗੀ, Snappy. ਆ ਗੱਲ ਗੱਭਰੂ ਦੀ ਚੰਗੀ, ਆ ਗੱਲ ਗੱਭਰੂ ਦੀ ਚੰਗੀ, ਆ ਗੱਲ ਗੱਭਰੂ ਦੀ ਚੰਗੀ ਗੋਰੀਏ। ले नस के कैसे बतिया बतारू हंस हंस के, मन कर तारे कट ले नस के। रब की कसम हम तोहरा सिवा दूसरा के ना चाहनी हो, तू हमारा के चाहे लू ई सोच के बड़ी खुश रहनी हो। हमारा के चाहे लू, ई सोच के बड़ी खुश रहनी हो। रब की कसम हम तोहरा सिवा दूसरा के ना चाहनी हो, तू हमारा के चाहे लू ई सोच के बड़ी खुश रहनी हो। अब सोचने वाली बात ये थी कि ये आदमी कौन था। दोस्तों, ये डेविड था जो फिल्म की स्टार्टिंग में दिखा था। ये यहाँ पर एलिजाबेथ के साथ आया था। डेविड इन सभी को एलियन के बारे में सब कुछ बता देता है। डेविड ने यहाँ पर कई चीजों पर एक्सपेरिमेंट भी किए होते हैं। वो बहुत ही स्वार्थी हो चुका था। हमें यहाँ पर पता चलता है कि वो जब यहाँ पर आया था तो यहाँ पर कई सारे लोग रहते थे, लेकिन डेविड ने उन सभी को मार दिया था, यानी कि मौत की नींद सुला दिया था, क्योंकि डेविड ने उन सभी पर एक्सपेरिमेंट किए थे। तो ये बातें दूसरे रोबोट को बता रहा हो
दोस्तों ये डेविड था जो फिल्म की स्टार्टिंग में दिखा था। ये यहाँ पर एलिजाबेथ के साथ आया था। डेविड इन सभी को एलियन के बारे में सब कुछ बता देता है। डेविड ने यहाँ पर कई चीजों पर एक्सपेरिमेंट भी किए होते हैं। वो बहुत ही स्वार्थी हो चुका था। हमें यहाँ पर पता चलता है कि वो जब यहाँ पर आया था तो यहाँ पर कई सारे लोग रहते थे, लेकिन डेविड ने उन सभी को मार दिया था, यानी कि मौत की नींद सुला दिया था, क्योंकि डेविड ने उन सभी पर एक्सपेरिमेंट किए थे। वो ये बातें दूसरे रोबोट को बता रहा होता है। वो कहता है कि तुम ये बातें किसी और को नहीं बताओगे क्योंकि तुम भी मेरी तरह। उन्हें हमला कर दिया होता है और देखते ही देखते वो सभी उसे अपना भोजन बना लेते हैं और मेलिनी और साथी भी वहां पहुंचते हैं, लेकिन वो भी उन हाइब्रिड बच्चों के प्लान का एक हिस्सा होता है। वो बच्चे अब उन्हें भी घेर लेते हैं। इसके बाद मेलिनी और उनके बीच एक फाइट होती है, जिसके बाद वो बच्चे वहां से भाग जाते हैं। अब ये सभी लैब पहुंच जाते हैं। वहां मौजूद कैलरिन अब लैब में एक गैस फैला देती है, जिसकी वजह से कैलरिन को छोड़ सभी बेहोश हो जाते हैं। इसके बाद डॉक्टर मेलिनी को घसीटकर ऑपरेशन के लिए ले जाती है। अब ये सच सामने आता है कि डॉक्टर कैलरिन को एक ब्लड इन्फेक्शन, लेकिन इनमें से कोई भी उसकी बातों पर विश्वास नहीं करता। अब सिवाज एलेक्स को उसकी कैंपिंग वाली जगह पर ले चलने को कहता है। इसके बाद एलेक्स इनके साथ आगे बढ़ने लगती है। रास्ते में इनको एक पलटी हुई बस मिलती है। नेट जब उस बस को चेक करता है तो उसमें एक गन और एक चाबी मिलती है। मिली हुई गन को नेट अपने पास छुपा लेता है, जिसे वो वोल्टर को दे देता है। गाड़ी को खोलने पर इनको उसमें ढेर सारा पैसा मिलता है। सिवाज सबको दो दो भाग लेकर आगे चलने को कहता है, लेकिन वोल्टर जख्मी था इसलिए वो बैग ढोने से इनकार कर देता है। सिवाज के फोर्स करने पर वोल्टर उस पर नेट की दी हुई गन के साथ हमला करने की कोशिश करता है, लेकिन उसमें गोली नहीं होती। सिवाज को इससे बहुत गुस्सा आता है और वहाँ जितने भी पिग आते हैं वो इन्फेक्टेड होते हैं, जो किसी को भी नुकसान पहुंचा सकते हैं, इसलिए वो उन्हें मार देती है। अब ये लोग मैकेनिक की तलाश में उस औरत के साथ उसके घर पहुंचते हैं। अब बातों ही बातों में हेनरी का जिक्र होता है, जो वो उनसे हेनरी के लुक के बारे में पूछती है और एक फोटो भी दिखाती है। वो कहती है कि हेनरी उसका कजिन है। ये सुनते ही दोनों काफ़ी घबरा जाते हैं और वहाँ से जाने का फैसला करते हैं। अब सीन शिफ्ट होता है और दिखाया जाता है कि कैबिन के पास एक लेडी इंस्पेक्टर आती है, जिसका नाम विंगस्टन होता है। उसे पोल बताता है कि उन पर एक इन्फेक्टेड इंसान ने अटैक कर दिया था। वो अब रिपोर्ट लिखती है, लेकिन उस वक्त उस इंस्पेक्टर का बिहेव थोड़ा अजदर्द होता है। वो जब जूते निकालता है तो वो हैरान रह जाता है। वो देखता है कि उसका पैर एक भेड़ की तरह हो गया है। अब उन्हें कई भेड़ अपनी ओर आते हुए नजर आते हैं। ये देखते ही वो भागने लगते हैं। भागते भागते एक लैब में चले जाते हैं जहाँ भेड़ों पर एक्सपेरिमेंट किया गया था। वहाँ उन्हें बिना खाल की एक भेड़ नजर आती है जिस पर एक्सपेरिमेंट किया जा रहा था। इसी बीच एक साइंटिस्ट वहाँ आ जाती है। वो उनसे पूछती है कि आप लोग यहाँ क्या कर रहे हो, और काफी गुस्सा करने लगती है और एंगर भी वहीं होता है। हेनरी उससे इसके बारे में पूछता है तो वो कहता है कि मैंने इसके मूवी के बजट के बारे में कुछ गोलमाल है। इसी बीच हमें एक और पास्ट का सीन दिखाया जाता है, जहां पर हम देख पाते हैं कि अनामिका अपनी लाइफ अपनी मर्जी से नहीं बल्कि अपनी मां की मर्जी से जी रही है, और उसे ये पता चलता है कि उसके पति और उसकी मां ने बैंक अकाउंट के सारे पैसे निकाल लिए हैं। ये बात जानकर वो अपने प्रेमी के पास चली जाती है और उससे कहती है कि आई एम विद यू, यानी कि मैं तुम्हारे साथ हूँ, और फिर आगे कहती है कि मैं तुम्हारे साथ लंदन जाने के लिए तैयार हूँ। जिसके बाद अनामिका अपने घर पर आती है तो हम देख पाते हैं कि उसका पति कोई कांटेक्ट नहीं हो पाता है। अब डिलन यही सोच रहा था कि ये सब थ्रेडियस की गेम है, क्योंकि सारे हॉर्समैन्स ने मिलकर उसको अरेस्ट कराया था, और थ्रेडियस कहता है कि ये सब मैंने नहीं कराया है, लेकिन मैं ये जानता हूँ कि ये सब कैसे हुआ है और इस टाइम पे हॉर्समैन्स कहाँ पर है, और मैं तुम्हें उनके पास लेकर जा सकता हूँ, लेकिन ये तभी पॉसिबल होगा जब मैं जेल से बाहर आऊँ। उधर हम चारों हॉर्समैन्स को एक मैजिक शॉप में देखते हैं और यहाँ पर डैनियल आई कम्युनिटी को कॉन्टेक्ट करता है, क्योंकि वोल्टर की बात मानने का भी उनका एक रीजन था कि वो उस चिप को चुरा कर आई को दे देंगे, और इसलिए डैनियल अब आई को कॉन्टेक्ट करता है और अब वो बहुत ज्यादा अलर्ट सिक्योरिटी से लड़ूंगा। एजेंट टीनेजर लड़ाई शुरू कर देता है, लेकिन फाइनली एनेबिस उसको पकड़ लेती है, तो एनेबिस सबके सामने लाइव आके उस बच्चे को मार देती है। उसके बाद रेड टेल्विन कहता है कि मैं उसे छोड़ूंगा नहीं, तो वो उसके पास उसके अड्डे पर जाता है और वहां जाकर उसे मारने की कोशिश करता है, लेकिन रेड टेल्विन भी मारा जाता है। जब प्रेसिडेंट को इस बात का पता चलता है तो वो परेशान हो जाता है कि ऐसे कैसे हो सकता है, रेड टेल्विन कैसे मर सकता है। राइट हुक ने एक और बच्चे को ट्रेनिंग दी थी जिसका नाम है लिटिल विंगर्स,
वो भी मार्वलस मैन जैसा होता है और उसे बेचता है एरेबिस के अड्डे पर। वहां जाकर वो तबाही मचा देता है और सबको मार देता है। नाइट होक कोर्टेक्स से कहता नजर आता है जिसके पास कई भेड़ें होती हैं। उसे अचानक भेड़ों की आवाज आने लगती है जो बेहद डरी हुई मालूम होती हैं। इस बीच कोई चीज जमीन के अंदर से ही फ्रेड को नीचे की ओर खींचने लगती है। इसके बाद सभी भेड़ भी मारी जाती हैं। अब वहां मैकी और अर्ल आते हैं। वो इस भयानक नज़ारे को देखकर बेहद घबरा जाते हैं। वो लोग फ्रेड को ढूंढने लगते हैं। फिर उन्हें जमीन पर उसकी कैप दिखाई देने लगती है। वो उसको उठाते ही वहां से 4 कदम की दूरी पर हट जाते हैं। दरअसल हैट के नीचे फ्रेड का कटा हुआ सिर होता है। ये देखने के बाद दोनों वहां से भाग खड़े ऑफ करने के लिए बोलता है, जिसके बाद सभी लाइट्स को बुझा दिया जाता है। अब उसकी बॉडी का चेकअप होता है तो पता चलता है कि वो बिल्कुल नॉर्मल इंसान की तरह ही काम कर रहा है। इसी तरह 3 दिन गुजर जाते हैं। अब उसे वापस विजिबल होने के लिए एंटीडोस को इंजेक्ट किया जाना होता है। इंजेक्ट करने के बाद उसके शरीर में तेज दर्द होने लगता है। इसके साथ ही वो विजिबल भी नहीं हो पाता है। उसे अब ऐसा लगता है कि वो मरने वाला है। उसकी हालत काफी खराब होने लगती है। इसे देख उसके सहयोगी उसे एक मास्क लेप लगा देते हैं। अब धीरे धीरे वो मेंटली डिस्टर्ब भी होने लगा था। इसे लेकर काफी परेशान भी था। जिंदा बच पाती है उस लड़की का नाम होता है सैली। उस लड़की ने पुलिस को अपना बयान दर्ज कराया था, जिसके बाद उसने इस बारे में किसी को भी नहीं बताया, यानी कि इस बारे में उसने कभी भी डिस्कस नहीं किया, क्योंकि दोस्तों ये बहुत ही भयावह कांड था। दोस्तों उस बयान में उसने एक खूनी का जिक्र किया था। खूनी ने चमड़े का मास्क पहना हुआ था, इसलिए वो उसका असली चेहरा देख नहीं पाई थी।